ਸਿੰਘ ਜੀ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਉਹ ਗੁਰੂ ਦੀਆਂ ਸੰਗਤਾਂ ਨੂੰ ਕੁਝ ਸਮੇਂ ਵਾਸਤੇ ਹਾਜ਼ਰੀ ਲਵਾਉਣਗੇ। ਬੜੇ ਪਿਆਰ ਤੇ ਸਤਿਕਾਰ ਸਹਿਤ ਆਪਾਂ ਸਰਵਣ ਕਰਨਾ ਹੈ। ਉਹਨਾਂ ਤੋਂ ਬਾਅਦ ਭਾਈ ਨਿਸ਼ਾਨ ਸਿੰਘ ਜੀ ਝਬਾਲ ਉਹਨਾਂ ਦਾ ਦੂਸਰੀ ਜਥਾ ਹਾਜ਼ਰੀ ਭਰੇਗਾ। ਆਓ ਇੱਕ ਚੜ੍ਹਦੀ ਕਲਾ ਦੇ ਜਕਾਰੇ ਦੇ ਨਾਲ ਸਮੂਹ ਸੰਗਤ ਮਾਈ ਭਾਈ ਆਪਾਂ ਬੜੇ ਪਿਆਰ ਦੇ ਨਾਲ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਗੁਰਮੁਤ ਕਥਾ ਵਿਚਾਰਾਂ ਦੇ ਰਾਹੀਂ ਗੁਰੂ ਸਾਹਿਬ ਜੀ ਦੀ ਮਹਾਨ ਵਡਿਆਈ ਸਰਵਣ ਕਰੀਏ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਦਿਨ ਨਾਮ ਤੇ ਭੋਏ ਭਾਰਤੀਏ ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਨਮ ਦੀ ਮਾਓ ਆਏ ਸਫਲ ਸੇ ਪਰਵਤ ਗਾਰ ਅਪਾਰ ਅਗਮ ਬੇਅੰਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਬਨ ਹੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀ ਜਾਏ ਬੰਦਗੀ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਲੇ ਸਰਬ ਸਾਂਝੀ ਵਾਲਤਾ ਦੇ ਮੁਜਸ਼ਮੇ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਵਾਲੀਏ ਕੁਲ ਆਲਮ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਚਵਰ ਤਖਤ ਛਤਰ ਦੇ ਮਾਲਕ ਦੋ ਜਹਾਨ ਦੇ ਵਾਲੀ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੀਆਂ ਜਿੱਥੇ ਅਤੀ ਸਤਿਕਾਰਯੋਗ ਬਾਬਾ ਜੀ ਬਾਬਾ ਹੀਰਾ ਸਿੰਘ ਜੀ ਝੁਲਣੇ ਸਪਹਿਲ ਵਾਲੇ ਤਿੰਨਾਂ ਵੱਲੋਂ ਆਪ ਸਰਬੱਤ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਸ਼ਾਮ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਨ੍ਹਾਂ ਤੋਂ ਇਹ ਕਾਰ ਸੇਵਾ ਸੰਪਰਦਾਇ ਪ੍ਰਾਰੰਭ ਹੋਈ ਤਿੰਨਾਂ ਤੋਂ ਵਰੋ ਸਹਾਇਕ ਹੋਏ ਬਾਬਾ ਗੁਰਮੁਖ ਸਿੰਘ ਜੀ ਤਿੰਨਾਂ ਤੋਂ ਵਰੋ ਸਹਾਇਕ ਬਾਬਾ ਸਾਧੂ ਸਿੰਘ ਜੀ ਬਾਬਾ ਝੰਡਾ ਸਿੰਘ ਜੀ ਔਰ ਕਾਰ ਸੇਵਾ ਦੇ ਪੁੰਜ ਮਹਾਂਪੁਰਸ਼ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਔਰ ਤਿੰਨਾਂ ਦੀਆਂ ਖੁਸ਼ੀਆਂ ਦੇ ਪਾਤਰ ਤਿੰਨਾਂ ਦੀ ਆਗਿਆ ਵਿੱਚ ਰਹਿ ਕਰਕੇ ਨਿਰਮਲ ਕਰਨੀ ਨਿਰਮਲ ਸੇਵਾ ਨਿਭਾਉਣ ਵਾਲੇ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਸਿੱਖ ਕੌਮ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਦੀ ਪਵਿੱਤਰ ਕਰਨੀ ਵੇਖ ਕੇ ਕੌਮੀ ਸ਼ਹੀਦ ਐਲਾਨਿਆ
ਤਿੰਨਾਂ ਦੀ ਪਵਿੱਤਰ ਯਾਦ ਨੂੰ ਨਤਮਸਤਕ ਹੁੰਦਿਆਂ ਹੋਇਆਂ ਬਾਬਾ ਜੀ ਵੱਲੋਂ ਬੜੀ ਸ਼ਰਧਾ ਭਾਵਨਾ ਔਰ ਅਕੀਦਤ ਦੇ ਸਹਿਤ ਇਹ ਗੁਰਮਤ ਸਮਾਗਮ ਕਰਵਾਏ ਜਾ ਰਹੇ ਆ। ਕੁਝ ਵਿਚਾਰਨ ਤੋਂ ਪਹਿਲਾਂ ਨਸਰੋ ਮਨਸੂਰ ਇਸ ਦੀ ਮਨਜ਼ੂਰ, ਹਕ ਰਾਗ ਜ਼ੂਰ ਜ਼ੁਮਲਾ ਫੈਜ਼ੇ ਨੂਰ, ਹਕ ਹਕ ਅੰਦੇਸ਼ ਬਾਦਸ਼ਾਹ ਦਰਵੇਸ਼, ਸਾਹਿਬੇ ਕਮਾਲ ਸਾਹਿਬੇ ਜਲਾਲ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਨਾਲ ਆਪਣੀ ਅਰਦਾਸ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਓ। ਕੁਝ ਕਹਿਣ ਦੀ ਅਸੀਸ ਬਖਸ਼ਿਸ਼ ਕਰੋ। ਸਰਬੱਤ ਸੰਗਤਾਂ ਇਕਾਗਰ ਮਨ ਨਾਲ ਫਤਿਹ ਬੁਲਾਈਏ। ਸਤਿਪੁਰਸ਼ਾਂ ਦੀ ਸੰਗਤ ਕਰੀਏ ਨਾ ਜੀ, ਤੇ ਉਹਨਾਂ ਦੀ ਸੰਗਤ ਦੇ ਵਿੱਚੋਂ ਇਹ ਗਿਆਨ ਇਹ ਸਮਝ ਪ੍ਰਾਪਤ ਹੁੰਦੀ ਏ। ਉਹ ਕਹਿੰਦੇ ਜਦੋਂ ਆਪਾਂ ਸੰਗਤ ਵਿੱਚ ਆਉਣੇ ਆ, ਤਿੰਨ ਚੀਜ਼ਾਂ ਦੀ ਹਾਜ਼ਰੀ ਹੋਣੀ ਚਾਹੀਦੀ ਏ, ਮਨ, ਬਾਣੀ ਔਰ ਸਰੀਰ ਦੀ। ਔਰ ਜੇ ਕੋਈ ਸਰੀਰ ਕਰਕੇ ਹਾਜ਼ਰ ਏ, ਮਨ ਕਰਕੇ ਹਾਜ਼ਰ ਨਹੀਂ, ਤੇ ਤਾਂ ਵੀ ਹਾਜ਼ਰੀ ਨਹੀਂ ਗਿਣੀ ਜਾਂਦੀ। ਜੇ ਕੋਈ ਸਰੀਰ ਕਰਕੇ ਮਨ ਕਰਕੇ ਹਾਜ਼ਰ ਏ ਤੇ ਮੂੰਹ ਤੋਂ ਆਪਣੇ ਮੁਖ ਤੋਂ ਮੂੰਹ ਧਾਰ ਕੇ ਬੈਠਾ ਰਵੇ, ਫਤਿਹ ਨਾ ਬੁਲਾਵੇ, ਉਹਦੀ ਵੀ ਹਾਜ਼ਰੀ ਮੁਕੰਮਲ ਨਹੀਂ ਮੰਨੀ ਜਾਂਦੀ। ਤੋ ਸਰਬੱਤ ਸੰਗਤਾਂ ਮਨ ਬਾਣੀ ਸਰੀਰ ਕਰਕੇ ਫਤਿਹ ਬੁਲਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਇਹ ਪਾਕ ਬਚਨ ਨੇ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਜਾਂ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਿਨ੍ਹਾਂ ਦੀ ਕਰਨੀ ਬਾਣੀ ਵਰਗੀ ਹੋ ਗਈ, ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਸ਼ਬਦ ਦੀ ਮਹਿਕ ਆਉਣ ਲੱਗ ਪਈ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਕਹਿ ਦਿੱਤਾ ਵੀ ਉਹਨਾਂ ਦੇ ਵਿੱਚ ਤੇ ਰੱਬ ਦੇ ਵਿੱਚ ਰਤਾ ਜਿੰਨਾ ਵੀ ਕੋਈ ਫਰਕ ਨਹੀਂ ਹੈ। ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਦਾ ਮੈਂ ਜੀਵਨ ਪੜ੍ਹ ਰਿਹਾ ਸੀ। ਕਹਿੰਦੇ ਇਹਨਾਂ ਦੇ ਮਾਤਾ ਪਿਤਾ ਨੂੰ ਉਹ ਦਰਵੇਸ਼ ਪੁਰਸ਼ ਰੱਬੀ ਰੂਹ ਇਹਨਾਂ ਦੇ ਘਰ ਵਿੱਚ ਆਈ, ਜਿਨ੍ਹਾਂ ਦੇ ਚਿਹਰੇ ਤੇ ਨੂਰਾਨੀ ਜਲਾਲ ਝਲਕਦਾ ਸੀ, ਤੇ ਪਹਿਲਾਂ ਹੀ ਭਵਖਤ ਬਚਨ ਕਰ ਦਿੱਤੇ ਵੀ ਤੁਹਾਡੇ ਘਰ ਦੇ ਵਿੱਚ ਬ੍ਰਹਮ ਗਿਆਨੀ ਪੈਦਾ ਹੋਵੇਗਾ। ਔਰ ਉਹਨਾਂ ਦਾ ਨਾਮ ਸ੍ਰੀ ਮੁਖਵਾਕ ਲੈ ਕੇ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਜੋ ਸਾਡੀ ਮਰਜ਼ਾਦਾ ਹੈ ਜੀ, ਜਦੋਂ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦੀ ਪਹੁਲ ਦਿੰਦੇ ਆ, ਤੇ ਉਹ ਵੀ ਸਾਨੂੰ ਮਰਜ਼ਾਦਾ ਦੱਸਦੇ ਕਿ ਜਦੋਂ ਕੋਈ ਬਾਲਕ ਜਨਮ ਲੈ ਕੇ ਇਸ ਸੰਸਾਰ ਤੇ ਆਉਂਦਾ ਏ, ਤੇ ਕਿਸੇ ਦੁਨਿਆਵੀ ਬੰਦੇ ਤੋਂ ਗੁੜਤੀ ਨਹੀਂ ਦਵਾਉਣੀ ਵੀ ਗੁੜ ਲੈ ਕੇ ਫਲਾਨਾ ਬੜਾ ਸਿਆਣਾ ਏ। ਜਲ ਲੈ ਕੇ ਪੰਜ ਪਤਾਸੇ ਪਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਕਿਰਪਾਨ ਦੇ ਮੁਖ ਦੇ ਨਾਲ ਉਹਦੇ ਮੁਖ ਵਿੱਚ ਉਹ ਅੰਮ੍ਰਿਤ ਪਾਉਣਾ ਚਾਹੀਦਾ ਹੈ। ਔਰ ਫਿਰ ਜਦੋਂ ਆਪਾਂ ਨਾਮ ਰੱਖਣਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਜੋ ਮੁਖ ਵਾਕ ਆਵੇ ਉਸ ਤੋਂ ਨਾਮ ਰੱਖਣਾ ਚਾਹੀਦਾ ਹੈ। ਉਹ ਸਤਿਪੁਰਸ਼ ਨੇ ਪਹਿਲਾਂ ਕਹਿ ਦਿੱਤਾ ਕਿ ਤੁਹਾਡੇ ਘਰ ਦੇ ਵਿੱਚ ਬ੍ਰਹਮ ਗਿਆਨੀ ਪੈਦਾ ਹੋਵੇਗਾ, ਉਹਦਾ ਨਾਮ ਸ੍ਰੀ ਮੁਖਵਾਕ ਤੋਂ ਰੱਖਣਾ ਹੈ। ਤੇ ਇਹ ਵੀ ਕਹਿ ਦਿੱਤਾ ਕਿ ਜੇ ਮੁਖਵਾਕ ਚੱਚੇ ਤੋਂ ਆਵੇ ਤਾਂ ਨਾਮ ਚਰਨ ਸਿੰਘ ਰੱਖਣਾ। ਸਾਧ ਸੰਗਤ ਘਰ ਵਾਲਿਆਂ ਨੇ ਚੱਚੇ ਤੋਂ ਨਾਮ ਉਸ ਸਮੇਂ ਸਰਦਾਰ ਚਰਨ ਸਿੰਘ ਜੀ ਬਾਬਾ ਜਿਹੜਾ ਲਗਵੇ ਇਹਦੇ ਇਹਨਾਂ ਦੀ ਕਰਨੀ ਕਰਕੇ ਦਿੱਤਾ ਹੈ ਨਾ, ਤੋ ਬੱਚੇ ਦਾ ਨਾਮ ਸਰਦਾਰ ਚਰਨ ਸਿੰਘ ਰੱਖਿਆ ਗਿਆ। ਦੁਨਿਆਵੀ ਵਿਦਿਆ ਦਿਵਾਉਣ ਦੇ ਲਈ ਜਿਵੇਂ ਆਪਾਂ ਸਕੂਲ ਵਿੱਚ ਭੇਜਦੇ ਹਾਂ, ਦੁਨਿਆਵੀ ਵਿਦਿਆ ਲਈ ਫੌਜ ਵਿੱਚ ਭਰਤੀ ਹੋਏ, ਔਰ ਉੱਥੇ ਵੀ ਸਾਧ ਸੰਗਤ ਸਤ ਸੰਤੋਖ ਅਣਖ ਗੈਰਤ ਨੂੰ ਪਾਲਦੇ ਹਾਂ, ਕਿਉਂਕਿ ਪੂਰਬਲੇ ਸੰਸਕਾਰ ਸਨ। ਬੜੀ ਚੜ੍ਹਦੀ ਕਲਾ ਦੇ ਨਾਲ ਆਪਣੀ ਡਿਊਟੀ ਨਿਭਾਈ। ਔਰ ਜਿਵੇਂ ਸਰਕਾਰ ਘੱਟ ਗਿਣਤੀਆਂ ਦੇ ਨਾਲ ਧੱਕਾ ਕਰਦੀ ਹੈ ਨਾ,
ਉਥੇ ਵੀ ਜੋ ਇਹਨਾਂ ਦਾ ਮਾਣ ਸਨਮਾਨ ਸੀ, ਬਣਦਾ ਹੱਕ ਨਾ ਮਿਲਿਆ। ਔਰ ਫਿਰ ਉਹ ਫੌਜ ਦੀ ਨੌਕਰੀ ਛੱਡ ਕੇ ਘਰ ਵਿੱਚ ਆਏ ਔਰ ਬਾਬਾ ਖੜਕ ਸਿੰਘ ਜੀ ਦੀ ਰਹਿਨੁਮਾਈ ਵਿੱਚ ਰਹਿ ਕੇ ਜਦੋਂ ਸੇਵਾ ਕੀਤੀ, ਉਦੋਂ ਅੰਦਰ ਨੂੰ ਧੀਰਜ, ਅੰਦਰ ਨੂੰ ਸੰਤੋਖ ਆਇਆ। ਤੋ ਸਾਧ ਸੰਗਤ, ਜਦੋਂ ਆਪਾਂ ਬਾਬਾ ਚਰਨ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹ ਲਈਏ, ਜਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਨਿਰਮਲ ਪੰਥ ਦਾ ਆਗਾਜ਼ ਕੀਤਾ ਹੈ ਨਾ ਜੀ। ਇਸ ਦੇ ਵਿੱਚ ਤਿੰਨ ਚੀਜ਼ਾਂ ਨੇ। ਇੱਕ ਇਹ ਸਿਮਰਨ, ਜੋ ਆਪਾਂ ਸਾਰੇ ਪ੍ਰਮਾਤਮਾ ਦੇ ਨਾਲ ਇਹ ਵਾਅਦਾ ਕਰਕੇ ਆਏ ਆ। ਗਰਭ ਕੁੰਟ ਮੈਂ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਜਿਤ ਰਹਤੇ। ਤੋ ਭਾਵ ਇਹ ਵੀ ਬੰਦਾ ਜਦੋਂ ਜਾਂ ਬੱਚਾ ਮਾਤਾ ਦੇ ਪੇਟ ਵਿੱਚ ਪੁੱਠਾ ਲਟਕਿਆ ਸੀ, ਉਦੋਂ ਇਹ ਸਵਾਸ ਸਵਾਸ ਪ੍ਰਮਾਤਮਾ ਦਾ ਸਿਮਰਨ ਕਰ ਰਿਹਾ ਸੀ। ਔਰ ਸਿਮਰਨ ਕਰਦਿਆਂ ਕਰਦਿਆਂ ਇਹਨੇ ਲਿਵ ਦੇ ਰਾਹੀਂ ਕਰਤੇ ਦੇ ਚਰਨਾਂ ਵਿੱਚ ਤਰਲਾ ਲਿਆ, ਅਰਦਾਸ ਕੀਤੀ। ਅਰਦਾਸ ਕੀਤੀ ਸੀ, ਖਸਮ ਛੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ। ਅਰਦਾਸ ਕੀ ਸੀ? ਇਹ ਪ੍ਰਮਾਤਮਾ ਮੈਨੂੰ ਜਠਰ ਅਗਨ ਵਿੱਚੋਂ ਬਾਹਰ ਕੱਢ ਲੈ, ਬਾਹਰ ਜਾ ਕੇ ਸਵਾਸ ਸਵਾਸ ਤੇਰਾ ਸਿਮਰਨ ਕਰਾਂਗਾ, ਤੇਰਾ ਨਾਮ ਜਪਾਂਗਾ। ਮਹਾਰਾਜ ਨੇ ਉਹ ਅਰਦਾਸ ਕਬੂਲੀ, ਇਹਨੂੰ ਸੰਸਾਰ ਤੇ ਲੈ ਕੇ ਆਂਦਾ। ਤੋ ਸਿੱਖੀ ਸਿਧਾਂਤਾਂ ਦੇ ਵਿੱਚ ਸਭ ਤੋਂ ਪਹਿਲੋਂ ਸਿਮਰਨ ਹੈ ਜੀ। ਔਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛੀਏ ਮਹਾਰਾਜ ਸਾਹਿਬ ਕਿੰਨਾ ਕੁ ਸਿਮਰਨ ਕਰਨਾ ਹੈ, ਤੇ ਪਾਤਸ਼ਾਹ ਕਹਿੰਦੇ ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨੇ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਭਰਲੇ ਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਪ ਮਨ ਸਤਨਾਮ। ਮਹਾਰਾਜ ਕਿੰਨਾ ਚਿਰ ਜਪਣਾ ਏ? ਪਾਤਸ਼ਾਹ ਕਹਿੰਦੇ ਸਦਾ ਸਤਨਾਮ। ਪ੍ਰਾਪਤ ਕੀ ਹੋਵੇਗਾ? ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਮਹਾਰਾਜ ਕਹਿੰਦੇ ਹਲ ਤੋਂ ਭਾਵ ਇਹ ਲੋਕ ਸੁਖੀ ਹੋਵੇਗਾ, ਪਲ ਤੋਂ ਭਾਵ ਪ੍ਰਲੋਕ ਵਿੱਚ ਮੁਖ ਉਜਲ ਹੋਣਗੇ। ਇਸ ਕਰਕੇ ਸਦਾ ਉਹ ਨਿਰੰਜਨ ਜਿਹੜਾ ਮਾਇਆ ਰੂਪ ਕਾਲਕ ਤੋਂ ਰਹਿਤ ਹੈ, ਸਦਾ ਉਹਦਾ ਹਿਰਦੇ ਵਿੱਚ ਨਾਮ ਜਪਿਆ ਕਰ। ਤੋਂ ਪਹਿਲਾ ਹੈ ਜੀ ਸਿਮਰਨ, ਜੋ ਆਪਾਂ ਸਵਾਸ ਸਵਾਸ ਕਰਕੇ ਪ੍ਰਮਾਤਮਾ ਨੂੰ ਸਿਮਰਨਾ ਹੈ। ਬਾਬਾ ਚਰਨ ਸਿੰਘ ਜੀ ਦੇ ਜੀਵਨ ਦੇ ਵਿੱਚ ਸਿਮਰਨ ਸੀ। ਔਰ ਸਿਮਰਨ ਕਰਦਿਆਂ ਕਰਦਿਆਂ ਉਹਨਾਂ ਨੇ ਦੂਜਾ ਸੇਵਾ ਕੀਤੀ, ਬੜੀ ਨਿਮਰਤਾ ਦੇ ਨਾਲ। ਆਪ ਗਵਾਈਏ ਤਾਂ ਸੋ ਪਾਈਏ। ਆਪਾ ਗਵਾ ਕੇ ਦੋ ਤਰ੍ਹਾਂ ਦੀ ਸੇਵਾ ਹੈ, ਇੱਕ ਸਾਕਾਮ ਸੇਵਾ ਹੈ ਔਰ ਇੱਕ ਨਿਸ਼ਕਾਮ ਸੇਵਾ ਹੈ। ਸਾਕਾਮ ਤੋਂ ਭਾਵ ਹੁੰਦਾ ਹੈ ਜਿਹੜੀ ਕੋਈ ਕਾਮਨਾ ਰੱਖ ਕੇ ਮਨ ਦੇ ਵਿੱਚ ਕੀਤੀ ਜਾਵੇ। ਮਹਾਰਾਜ ਫਲਾਨੀ ਦਾਤ ਫਲਾਨਾ ਫਲ ਪ੍ਰਾਪਤ ਹੋ ਜਾਵੇ, ਉਹਨੂੰ ਕਹਿੰਦੇ ਸਾਕਾਮ, ਕਾਮਨਾ ਇੱਛਾ ਦੇ ਸਹਿਤ। ਪਰ ਦੂਜੀ ਹੁੰਦੀ ਹੈ ਨਿਸ਼ਕਾਮ, ਜਿਸ ਦੇ ਵਿੱਚ ਕੋਈ ਵੀ ਕਾਮਨਾ ਨਹੀਂ। ਮਹਾਰਾਜ ਕਹਿੰਦੇ ਜਿਹੜਾ ਨਿਸ਼ਕਾਮ ਸੇਵਾ ਕਰਦਾ ਹੈ ਨਾ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਫਿਰ ਮਾਲਕ ਸੁਆਮੀ ਦਾ ਦਰ ਘਰ ਪ੍ਰਾਪਤ ਹੋ ਜਾਂਦਾ ਹੈ। ਤੋ ਜਿੱਥੇ ਉਹਨਾਂ ਦੇ ਜੀਵਨ ਦੇ ਵਿੱਚ ਸਿਮਰਨ ਸੀ, ਜਿੱਥੇ ਉਹਨਾਂ ਦੇ ਜੀਵਨ ਦੇ ਵਿੱਚ ਨਿਸ਼ਕਾਮ ਸੇਵਾ ਆਈ, ਉੱਥੇ ਸਾਧ ਸੰਗਤ ਤੀਜਾ ਜੋ ਗੁਰੂ ਘਰ ਦੇ ਵਿੱਚ ਹੈ ਸ਼ਹਾਦਤ। ਉਹਨਾਂ ਨੇ ਸ਼ਹਾਦਤ ਨੂੰ ਵੀ ਪ੍ਰਾਪਤ ਕੀਤਾ, ਜਾਣੀ ਕਿ ਸੇਵਾ ਦੇ ਵਿੱਚ ਵੀ ਪੂਰੇ, ਸਿਮਰਨ ਦੇ ਵਿੱਚ ਵੀ ਪੂਰੇ। ਔਰ ਜਦੋਂ ਵਾਰੀ ਆਈ ਨਾ ਆਪਾ ਕੁਰਬਾਨ ਕਰਨ ਦੀ, ਉਹਨਾਂ ਨੇ ਇਹ ਤਨ ਰੂਪ ਠੀਕਰਾ ਵੀ ਸੱਚ ਅਣਖ ਗੈਰਤ ਨੂੰ ਪਾਲਦਿਆਂ ਹੋਇਆਂ ਸਿੱਖਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ। ਤੋ ਸਾਧ ਸੰਗਤ, ਜਿਵੇਂ ਇੱਕ ਵਿਦਵਾਨ ਲਿਖਦਾ ਹੈ ਨਾ, ਦਿਨ ਕੇ ਦਿਨ ਮਨਾਤੇ ਹੋ ਤਿਨ ਕੀ ਬਾਤ ਵੀ ਜਾਨੋ, ਦਿਨ ਕੇ ਦਿਨ ਮਨਾਤੇ ਹੋ ਤਿਨ ਕੀ ਬਾਤ ਵੀ ਮਾਨੋ।
ਕਹਿੰਦਾ ਜਿਨ੍ਹਾਂ ਦੇ ਆਪਾਂ ਦਿਨ ਮਨਾਉਣੇ ਨਾ ਬੜੀ ਭਾਵਨਾ ਦੇ ਨਾਲ, ਬੜੇ ਚਾਅ ਦੇ ਨਾਲ, ਬੜੀ ਸ਼ਰਧਾ ਦੇ ਨਾਲ, ਉੱਥੇ ਉਹ ਆਪਣੇ ਜੀਵਨ ਦੇ ਵਿੱਚ ਸਾਡੇ ਲਈ ਪੈੜਾਂ ਕੀ ਛੱਡ ਕੇ ਗਏ, ਪੂਰਨੇ ਕੀ ਪਾ ਕੇ ਗਏ। ਇਹ ਵੀ ਪੜਚੋਲ ਕਰਨੀ ਚਾਹੀਦੀ, ਵੇਖਣਾ ਚਾਹੀਦਾ ਹੈ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲਦੇ ਹਾਂ। ਮਹਾਂਪੁਰਸ਼ਾਂ ਦਾ ਜੀਵਨ ਵਿਦਵਾਨ ਕਹਿੰਦੇ ਨੇ ਮੀਲ ਪੱਥਰ ਵਰਗਾ ਹੁੰਦਾ ਹੈ। ਜਿਵੇਂ ਸਾਧ ਸੰਗਤ ਆਪਾਂ ਇਹ ਝੂਲਣੇ ਮਹਿਲ ਤੋਂ ਬਾਹਰ ਮੇਨ ਰੋਡ ਤੇ ਜਾਈਏ ਤੇ ਅੰਮ੍ਰਿਤਸਰ ਵੱਲ ਨੂੰ ਆਪ ਜੀ ਜਾ ਰਹੇ ਹੋ ਤੇ ਕਈ ਵਾਰੀ ਉਹ ਸਿਲ ਆਵੇਗੀ ਵੀ ਅੰਮ੍ਰਿਤਸਰ ਹੁਣ 10 ਕਿਲੋਮੀਟਰ ਰਹਿ ਗਿਆ, ਹੁਣ 8 ਕਿਲੋਮੀਟਰ ਰਹਿ ਗਿਆ, ਹੁਣ 7 ਰਹਿ ਗਿਆ ਏ। ਇਸੇ ਤਰ੍ਹਾਂ ਸਤਿਪੁਰਸ਼ਾਂ ਦਾ ਜੀਵਨ ਉਹ ਮੀਲ ਪੱਥਰ ਦੀ ਨਿਆਈ ਹੁੰਦਾ ਹੈ। ਜਿਵੇਂ ਆਪਾਂ ਉਹਨਾਂ ਮੀਲ ਪੱਥਰਾਂ ਨੂੰ ਫਾਲੋ ਕਰਦੇ ਰਹੀਏ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ, ਕੋਈ ਅਣਜਾਣ ਵੀ ਹੋਵੇ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਸਤਿਪੁਰਸ਼ਾਂ ਦਾ ਜੀਵਨ, ਉਹਨਾਂ ਦੀ ਕਰਨੀ ਮੀਲ ਪੱਥਰ ਵਰਗੀ ਹੁੰਦੀ ਹੈ। ਸਾਧ ਸੰਗਤ ਜਿਹੜਾ ਉਹਨਾਂ ਸ੍ਰੇਸ਼ਟ ਗੁਣਾ ਰੂਪੀ ਮੀਲ ਪੱਥਰਾਂ ਨੂੰ ਫਾਲੋ ਕਰੀ ਜਾਂਦਾ ਹੈ, ਚੱਲਦਾ ਹੈ, ਫਿਰ ਉਹ ਇੱਕ ਦਿਨ ਬੇਗਮਪੁਰੇ ਸ਼ਹਿਰ ਦਾ ਵਾਸੀ ਹੋ ਜਾਂਦਾ ਹੈ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਹੀਂ ਤੇ ਠਾਓ। ਜਿੱਥੇ ਆਪਾਂ ਸਤਿਪੁਰਸ਼ਾਂ ਦਾ ਜੀਵਨ ਮਨਾ ਰਹੇ ਹਾਂ, ਉਹਨਾਂ ਦੇ ਜੀਵਨ ਨੂੰ ਆਪਾਂ ਨਤਮਸਤਕ ਹੋ ਰਹੇ ਹਾਂ। ਉੱਥੇ ਸਾਧ ਸੰਗਤ ਸਿੱਖੀ ਸਰੂਪ ਵਿੱਚ ਆਈਏ, ਸਾਬਤ ਸੂਰਤ ਹੋਈਏ। ਜਿਹੜੇ ਸਾਬਤ ਸੂਰਤ ਹਨ ਉਹ ਖੰਡੇ ਬਾਟੇ ਦੀ ਪਹੁਲ ਛਕੀਏ, ਔਰ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਛਕੀਏ ਉਹ ਸਾਧ ਸੰਗਤ ਰਹਿਤ ਮਰਜ਼ਾਦਾ ਵਿੱਚ ਪ੍ਰਪੱਕ ਹੋਈਏ। ਨਿਤਨੇਮ ਦੀਆਂ ਬਾਣੀਆਂ ਰੋਜ਼ਾਨਾ ਪੜ੍ਹੀਏ। ਜੋ ਆਪਣੀ ਕਿਰਤ ਕਮਾਈ ਹੈ ਉਸ ਦੇ ਵਿੱਚੋਂ ਦਸਵੰਧ ਭੇਟਾ ਸਤਿਗੁਰਾਂ ਦੇ ਚਰਨਾਂ ਵਿੱਚ, ਜਾਂ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਾਣ ਕੇ ਉਹਦੀ ਆਪਾਂ ਮਦਦ ਕਰੀਏ। ਤੋ ਜਦੋਂ ਆਪਾਂ ਉਹਨਾਂ ਦੇ ਜੀਵਨ ਵਿੱਚੋਂ, ਉਹਨਾਂ ਦੀ ਕਰਨੀ ਵਿੱਚੋਂ ਆਪੇ ਨੂੰ ਸਵਾਰਨ ਦਾ ਯਤਨ ਕਰਾਂਗੇ ਨਾ ਤੇ ਅੰਦਰ ਨੂੰ ਠੰਡਕ ਪਏਗੀ। ਜਿਹੜਾ ਜੀਵਨ ਵਿੱਚ ਕਈ ਵਾਰੀ ਜਾਪਦਾ ਹੈ ਨਹੀਂ ਈਰਖਾ ਰਹਿ ਗਈ, ਇਕੱਲਾ ਹੰਕਾਰ ਹੀ ਰਹਿ ਗਿਆ ਹੈ, ਕੋਈ ਕਿਸੇ ਨਾਲ ਪ੍ਰੇਮ ਨਹੀਂ ਕਰਦਾ। ਜਦੋਂ ਸਾਧ ਸੰਗਤ ਸਤਿਪੁਰਸ਼ਾਂ ਦੇ ਜੀਵਨ ਨੂੰ ਪੜ੍ਹੀਏ, ਕਮਾਈਏ ਤੇ ਸਾਰਾ ਸੰਸਾਰ ਇਸ ਤਰ੍ਹਾਂ ਜਾਪੇਗਾ, ਹਰ ਕਾ ਬਾਗਰਾ ਨਾਚੈ ਬਿੰਦੀ ਮੈਂ ਸਾਗਰਾ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਉਹ ਮੰਦੇ। ਰੱਬ ਦੇ ਪਿਆਰੇ ਸਾਧ ਸੰਗਤ ਜੇ ਕੋਈ ਉਹਨਾਂ ਨਾਲ ਈਰਖਾ ਵੀ ਕਰੇ ਨਾ ਤੇ ਅੱਗੋਂ ਉਪਦੇਸੰ ਸਮ ਮਿੱਤਰ ਸਤਰੈ ਭਗਤ ਭਾਵ, ਭਗਵੰਤ ਭਗਤ ਭਾਵਨੀ। ਉਹਨਾਂ ਦਾ ਆਪਣੇ ਵਾਸਤੇ ਪਰਾਏ ਵਾਸਤੇ ਇੱਕੋ ਜਿਹਾ ਉਪਦੇਸ਼ ਹੁੰਦਾ ਹੈ। ਜਿਵੇਂ ਚੰਦਨ ਦੇ ਆਰਾ ਚੱਲਦਾ ਹੋਵੇ ਨਾ ਜੀ, ਤੇ ਚੰਦਨ ਆਰੇ ਦੇ ਮੁਖ ਨੂੰ ਵੀ ਸੁਗੰਧੀ ਨਾਲ ਭਰ ਦਿੰਦਾ ਹੈ। ਤੋ ਰੱਬ ਦੇ ਪਿਆਰੇ ਸਾਰੇ ਪਾਸੇ ਹੀ ਅਕਾਲ ਪੁਰਖ ਦੀ ਜੋਤ ਵੇਖ ਕਰਕੇ, ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਰਿਵਾਰ ਵੇਖ ਕਰਕੇ ਬੜੀ ਭਾਵਨਾ ਦੇ ਨਾਲ ਸੇਵਾ ਤੇ ਸਿਮਰਨ ਦੇ ਵਿੱਚ ਲੀਨ ਰਹਿੰਦੇ, ਔਰ ਉਹ ਸੱਚ ਵਿੱਚੋਂ ਪੈਦਾ ਹੁੰਦੇ, ਸੱਚ ਨੂੰ ਕਮਾਉਂਦੇ, ਸੱਚ ਦਾ ਪ੍ਰਕਾਸ਼ ਕਰਦੇ, ਸੱਚੀ ਕਰਨੀ ਕਰਕੇ ਜਦੋਂ ਸਰੀਰ ਰੂਪੀ ਚੋਲੇ ਨੂੰ ਛੱਡਦੇ ਉਦੋਂ ਸੱਚ ਦੇ ਵਿੱਚ ਹੀ ਸਮਾ ਜਾਂਦੇ ਹਨ। ਤੋ ਸਾਧ ਸੰਗਤ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਕੌਮੀ ਸ਼ਹੀਦ, ਤਿੰਨਾਂ ਦੀ ਸਾਲਾਨਾ ਬਰਸੀ ਤੇ ਹਾਜ਼ਰੀ ਭਰਦਿਆਂ ਹੋਇਆ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਾਧ ਸੰਗਤ ਔਰ ਗੁਰੂ ਸਾਹਿਬ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਲੈਣਾ ਜੀ। ਸਰਬੱਤ ਸੰਗਤਾਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆ ਦਿਓ ਸ਼ੀਸ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ